ਅੱਜ कोविड-19 संबंधी तो ब्लड प्रैशर संबंधी जी कल असीं गल करते सी उहदे अगले हिस्से में उन्हां नाल गलबात करते हैं। डॉक्टर प्रगट सिंह पुरजी साडे नाल ने सानू सेहत संबंधी बहुत सौखे शब्दों के विच और बड़ी वडमुली जानकारी इहदे नाल सचमुच जिहड़े तुहाडे मैसेजेस हुंदे ने, तुहाडीआं दुआवां हुंदियां ने डॉक्टर साहब दे लई, वो भी बहुत कीमती ने। पर डॉक्टर साहब की जिहड़ी साडे लई एडवाइस हुंदी है, सानू साडे सारे सिस्टम नूं समझाउंदे आ, वो भी बहुत एक काम की गल आ। डॉक्टर प्रगट सिंह पुरजी हुणां दे नाल असीं गलबात करते हैं कि इस वेले कोविड-19 की सिचुएशन आ। ब्लड प्रैशर बारे कल गल्लां बातां कीतियां सी उन्होंने कि लूण नहीं खाना चाहिए, घट खाना चाहिए। डॉक्टर साहब बहुत बहुत स्वागत है जी आया नूं। बहुत बहुत धन्यवाद जसकरण जी और सारे देखने वाले सत श्री अकाल, नमस्ते, सलाम वालेकुम, आदाब, वाहिगुरू जी का खालसा, वाहिगुरू जी की फतेह। डॉक्टर साहब एक खबर अज आ रही है कि जापान वाले कहते जिहड़ियां वैसटर्न कंट्रीज़ आ इन्होंने चंगी तरह टैकल नहीं की सिचुएशन में, भी असीं क्लस्टर्स के उत्ते ज़्यादा फोकस किया, ये कल्ले कल्ले केस नूं लैके बैठे रहे भी टैसट करो तो सारे वायरस नूं चंगी तरह बाहर कड्डो। की लगता जी किते इदां दी गल हुई है? हाँ जी बिल्कुल, देखो जिहड़े जापानी हैगे आ वो हमेशा रिसर्च डेवलपमेंट और जिहड़ा सार्स भी हैगा उस तो भी उन्होंने लैसन लर्न किया सी। सो हर एक कंट्री ने अपना अपना वाह लाया क्योंकि एक नवा वायरस से हुण करीबन करीबन सानू 6 महीने हो गए इहदे नाल वाह पैंदे नूं। सो हर कंट्री ने अपने अपने तरीके दे नाल डील किया, कुछ सक्सैस होए, कुछ फेलियर होए, उन्होंने ਨੂੰ ਕਾਫੀ ਸਕਸੈਸ ਮਿਲਿਆ, ਉਹ ਵੀ ਇੱਕ ਤਰੀਕਾ। तो इस तो ਅਸੀਂ लर्न करना सिखना, जब तक दुनिया नानक रही है, कुछ सुनिए कुछ कहिए, सो ਉਹਨਾਂ ਦੀ ਗੱਲ ਵੀ ਆਪਾਂ ਮੰਨੀਏ ਤਾਂ ਕਿ ਫਿਊਚਰ 'ਚ ਅਗਰ ਸੈਕੰਡ ਵੇਵ ਭਾਰੂ ਹੁੰਦੀ ਹੈ ਤਾਂ ਅਸੀਂ ਕਲਸਟਰਸ ਦੇ ਉੱਤੇ ਜ਼ਿਆਦਾ ਫੋਕਸ ਕਰੀਏ। ਪਹਿਲੇ ਮੁੱਢਲੇ ਦਿਨਾਂ 'ਚ ਨਾ ਟੈਸਟਿੰਗ ਵੀ ਇੰਨੀ ਅਵੇਲੇਬਲ ਨਹੀਂ ਸੀ ਕਿਉਂਕਿ ਇਹਦੇ ਕਿਟ ਬਹੁਤ ਘੱਟ ਸਨ, ਟਾਈਮ ਬਹੁਤ ਜ਼ਿਆਦਾ ਲੱਗਦਾ ਸੀ ਤੇ ਫੋਕਸ ਇਹੀ ਸੀ ਵੀ ਜਿਹੜਾ ਵਿਅਕਤੀ ਹੁਣ ਹਸਪੀਟਲ 'ਚ ਐਡਮਿਟ ਹੋਣਾ ਉਹਦੇ ਉੱਤੇ ਟੈਸਟਿੰਗ ਕੀਤੀ ਜਾਵੇ ਜਾਂ ਜਿਹੜੇ ਹੈਲਥ ਕੇਅਰ ਪ੍ਰੋਵਾਈਡਰ ਆ ਫਰੰਟ ਲਾਈਨ 'ਚ ਕੰਮ ਕਰਦੇ ਉਹਨਾਂ ਦੇ ਉੱਤੇ। ਬਹੁਤ ਸਾਰੇ ਲੋਕਾਂ ਦਾ ਟੈਸਟਿੰਗ ਨਹੀਂ ਹੋਇਆ ਔਰ ਜਦੋਂ ਐਂਟੀਬਾਡੀ ਟੈਸਟਿੰਗ ਇੱਥੇ ਬਕਾਇਦਾ ਆਊਗਾ ਆਉਣ ਵਾਲੇ ਦਿਨਾਂ 'ਚ ਮੇਰੇ ਖਿਆਲ ਨਾਲ ਕੁਝ ਹਫ਼ਤਿਆਂ ਤੱਕ ਸ਼ਾਇਦ ਉਹਦੀ ਸ਼ੁਰੂਆਤ ਹੋਣੀ ਚਾਹੀਦੀ ਆ, ਉਸ ਦਾ ਐਗਜ਼ੈਕਟਲੀ ਪਤਾ ਲੱਗੂਗਾ। ਦੇਖੋ ਜਿਹੜਾ ਸਵੀਡਨ ਹੈਗਾ ਉਹਨੇ ਨਹੀਂ ਲੋਕਡਾਊਨ ਕੀਤਾ ਸੀ, ਉਹਨਾਂ ਨੇ ਹਰਡ ਇਮਿਊਨਿਟੀ ਵਾਸਤੇ ਅਚੀਵ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਰਡ ਇਮਿਊਨਿਟੀ HERD ਜਾਂ ਉਹਨੂੰ ਆਪਾਂ ਹੁਣ ਕਮਿਊਨਿਟੀ ਇਮਿਊਨਿਟੀ ਵੀ ਕਹਿੰਦੇ ਆ। ਇਹਦਾ ਅਰਥ ਇਹ ਹੁੰਦਾ ਵੀ ਕਰੀਬਨ 70% ਤੋਂ ਉੱਤੇ ਲੋਕਾਂ ਨੂੰ ਜਦੋਂ ਉਸ ਬਿਮਾਰੀ ਹੋ ਜਾਵੇ, ਐਂਟੀਬਾਡੀਜ਼ ਡਿਵੈਲਪ ਹੋ ਜਾਣ ਤਾਂ ਫਿਰ ਉਹ ਬਿਮਾਰੀ ਖਤਮ ਹੋ ਜਾਂਦੀ ਹੈ ਉਸ ਇਲਾਕੇ 'ਚ, ਨਾ ਉਹਨੂੰ ਕੋਈ ਦਵਾਈ ਦੀ ਨਾ ਵੈਕਸੀਨ ਦੀ ਲੋੜ ਪੈਂਦੀ ਆ, ਵੀ ਆਪੇ ਹੀ ਉਹ ਡਾਊਨਫਾਲ 'ਚ ਚਲੇ ਜਾਂਦੀ ਆ। ਲੇਕਿਨ ਉਹਨਾਂ ਦੀ ਜਿਹੜਾ ਐਕਸਪੈਰੀਮੈਂਟ ਆ ਉਹ ਠੀਕ ਨਹੀਂ ਰਿਹਾ। ਮੈਕਸਿਮਮ 12% ਲੋਕਾਂ ਨੂੰ ਸਵੀਡਨ ਦੇ ਵਿੱਚ ਹਰਡ ਇਮਿਊਨਿਟੀ ਦੇ ਐਂਟੀਬਾਡੀ ਟੈਸਟਿੰਗ ਤੋਂ ਆਸਾਰ ਨਜ਼ਰ ਆਉਂਦੇ ਨੇ। ਅੱਜ ਡਾਕਟਰ ਐਂਥੋਨੀ ਫੌਸੀ ਹੁਣਾਂ ਨੇ WHO ਦੀ ਪੱਤ ਫਿਰ ਬਰਕਰਾਰ ਕੀਤੀ ਵੀ ਭਾਵੇਂ ਉਹਨਾਂ ਦੇ ਪ੍ਰੈਜ਼ੀਡੈਂਟ ਖਫਾ ਹੈਗੇ WHO ਤੋਂ, ਲੇਕਿਨ WHO ਕੰਮ ਤਾਂ ਕਰ ਰਿਹਾ। ਹੋ ਸਕਦਾ ਵੀ ਕੋਵਿਡ ਦੇ ਵਿੱਚ ਉਹਨਾਂ ਨੇ ਕੰਮ ਇੰਨਾ ਸਹੀ ਨਾ ਕੀਤਾ ਹੋਏ, ਸ਼ਾਇਦ ਉਹਨਾਂ ਨੂੰ ਇੰਨੀ ਨੌਲੇਜ ਵੀ ਨਾ ਹੋਵੇ, ਲੇਕਿਨ WHO ਅਜੇ ਵੀ ਸਾਡੇ ਲਈ ਲਾਭਦਾਇਕ ਹੈਗਾ ਔਰ ਖਾਸ ਕਰਕੇ ਡਿਵੈਲਪਿੰਗ ਕੰਟਰੀਜ਼ ਵਾਸਤੇ ਬਹੁਤ ਸੋਹਣਾ ਕੰਮ ਕਰ ਰਿਹਾ। ਦੋ ਕੰਟਰੋਵਰਸੀਜ਼ ਪੈ ਗਈਆਂ, ਇੱਕ ਏਸਿਮਟੋਮੈਟਿਕ ਕੈਰੀਅਰ ਤੇ ਇੱਕ ਪ੍ਰੀ ਸਿੰਪਟੋਮੈਟਿਕ ਕੈਰੀਅਰ। WHO ਫਲਿਪ ਫਲॉप ਕਰ ਰਿਹਾ ਸੀ, ਕਦੀ ਉਹ ਕਹਿ ਰਿਹਾ ਸੀ ਏਸਿਮਟੋਮੈਟਿਕ ਕੈਰੀਅਰ ਹੁੰਦੇ ਨਹੀਂ ਆ, ਫਿਰ ਉਹਨਾਂ ਦਾ ਬਿਆਨ ਆਇਆ ਵੀ ਹਾਂ ਹੋ ਵੀ ਸਕਦੇ ਆ, ਤੇ ਡਾਕਟਰ ਐਂਥੋਨੀ ਫੌਸੀ ਨੇ ਉੱਥੇ ਕਲੀਅਰ ਕੀਤਾ, ਦੇਖੋ ਏਸਿਮਟੋਮੈਟਿਕ ਦਾ ਮਤਲਬ ਇਹ ਹੁੰਦਾ ਵੀ ਕੋਵਿਡ ਵਾਇਰਸ ਉਸ ਵਿਅਕਤੀ 'ਚ ਹੈਗਾ ਲੇਕਿਨ ਉਹਨੂੰ ਕੋਈ ਲੱਛਣ ਨਹੀਂ ਹੋਏ ਨਾ ਹੋਣੇ ਆ। ਹਾਂ ਇਹ ਸਪਰੈਡ ਹੋ ਸਕਦਾ ਲੇਕਿਨ ਬਹੁਤ ਘੱਟ ਆ। ਇੱਕ ਹੁੰਦਾ ਪ੍ਰੀ ਸਿੰਪਟੋਮੈਟਿਕ, ਵੀ ਉਹਦੇ ਵਿੱਚ ਵਾਇਰਸ ਹੈਗਾ ਲੇਕਿਨ ਉਹਨੂੰ ਕੋਵਿਡ ਦੇ ਲੱਛਣ ਹੋਣ ਤੋਂ ਕੁਝ ਦਿਨ ਪਹਿਲਾਂ ਵੀ ਉਹ ਸਪਰੈਡ ਕਰ ਸਕਦਾ, 3 4 5 ਦਿਨ ਪਹਿਲਾਂ ਵੀ ਉਹ ਸਪਰੈਡ ਕਰ ਰਿਹਾ, ਉਹਦੇ ਬਾਅਦ ਉਹਨੂੰ ਬੁਖਾਰ ਵੀ ਹੋਣਾ, ਖੰਘ ਵੀ ਹੋਣਾ, ਹੋਰ ਲੱਛਣ ਹੋਣੇ ਆ। ਸੋ ਵੱਡੀ ਮਾਤਰਾ 'ਚ ਜਿਹੜੇ ਪ੍ਰੀ ਸਿੰਪਟੋਮੈਟਿਕ ਜਿਹੜੇ ਕੈਰੀਅਰ ਆ ਉਹਦੀ ਗੱਲ ਹੋ ਰਹੀ ਆ। ਜਿੱਦਾਂ ਤੁਸੀਂ ਸਾਂਝਾ ਕੀਤਾ ਸੀ, ਡਬਲ ਲੰਗ ਟ੍ਰਾਂਸਪਲਾਂਟ ਹੋਇਆ ਚਿਕਾਗੋ ਤੇ। ਇਹ 20 ਸਾਲ ਦੀ ਇੱਕ ਇਸਤਰੀ ਹੈਗੀ ਹੈ ਜਿਹਦੇ ਕੋਵਿਡ ਕਰਕੇ ਦੋਵੇਂ ਫੇਫੜੇ ਡੈਮੇਜ ਹੋ ਗਏ ਸੀ। ਹੁਣ ਜਿੱਦਾਂ ਅਸੀਂ ਪਿੱਛੇ ਵੀ ਦੱਸਦੇ ਸੀ 15% ਲੋਕੀ ਆ ਜਿਨ੍ਹਾਂ ਨੂੰ ਲੰਗਸ ਦੀ ਸਕਾਰਿੰਗ ਤੇ ਹੋਰ ਚੀਜ਼ਾਂ ਹੁੰਦੀਆਂ। ਸਾਡੇ ਵੈਂਕੂਵਰ ਦੇ ਬਾਸ਼ਿੰਦੇ ਆਤਿਸ਼ ਰਾਮ ਜਿਹੜੇ ਟੈਲੀਵਿਜ਼ਨ ਪ੍ਰੋਗਰਾਮ ਵੀ ਰਨ ਕਰਦੇ BC ਚਿਲਡਰਨਸ ਹਸਪੀਟਲ ਵਾਸਤੇ, ਉਹਨਾਂ ਨੇ ਕਾਫੀ ਫੰਡ ਰੇਜ਼ਿੰਗ ਕੀਤਾ। ਉਹਦੀ ਸਟੋਰੀ ਵੀ CBC 'ਚ ਬਿਆਨ ਆ। ਆਕਸੀਜਨ ਦਾ ਸਿਲੰਡਰ ਲਾ ਕੇ ਘਰ ਬੈਠੇ ਹੋਏ ਆ, ਸਾਹ ਔਖੇ ਔਖੇ ਹੁੰਦੇ ਉਹਨਾਂ ਨੂੰ। ਸੋ ਲੰਗਸ ਨੂੰ ਅਫੈਕਟ ਕਰਦਾ ਭਾਵੇਂ ਤੁਸੀਂ ਹੀਲ ਵੀ ਹੋ ਗਏ ਹੁੰਦੇ ਹੋ। ਦੂਜੀ ਐਂਟੀਬਾਡੀ ਕਾਕਟੇਲ ਜਿਹੜੀ ਹੈਗੀ ਆ ਇਹ ਰੀਜਨਰੋਨ ਕਰਕੇ ਇੱਕ ਬਾਇਓਟੈਕ ਕੰਪਨੀ ਆ, ਅੱਜ ਉਹਦੀ ਹਿਊਮਨ ਟ੍ਰਾਇਲ ਸ਼ੁਰੂ ਹੋ ਗਈ ਆ।
ਵੀ ਐਂਟੀਬਾਡੀਜ਼ ਜਿਹੜੀਆਂ ਦੇ ਕੇ ਦੇਖੀਏ ਪਹਿਲੀ ਵਾਰ ਇਨਸਾਨ ਦੇ ਵਿੱਚ ਵੀ ਵਾਕਈ ਪ੍ਰੋਟੈਕਸ਼ਨ ਮਿਲਦਾ ਕਿ ਨਹੀਂ ਮਿਲਦਾ। ਹਿੰਦੁਸਤਾਨ ਹੁਣ ਨੰਬਰ ਚੌਥੇ ਤੇ ਆ ਗਿਆ ਇਸ ਵੇਲੇ। ਪਹਿਲੇ ਨੰਬਰ 'ਚ ਆਫ ਕੋਰਸ ਅਮਰੀਕਾ, ਜਿਹਦੇ ਵਿੱਚ 2 ਮਿਲੀਅਨ ਤੋਂ ਜ਼ਿਆਦਾ ਕੇਸਿਸ ਆ, ਫਿਰ ਬ੍ਰਾਜ਼ੀਲ ਆ 7.5 ਲੱਖ, ਫਿਰ ਰਸ਼ੀਆ 5 ਲੱਖ ਦੇ ਲੱਗੇ, ਹੁਣ ਹਿੰਦੁਸਤਾਨ 3 ਲੱਖ ਦੇ ਲੱਗੇ ਚ ਅੱਗੇ ਆ ਗਿਆ। ਮੌਤਾਂ ਵਧ ਰਹੀਆਂ, ਵਧਣਗੀਆਂ, ਅਜੇ ਪੀਕ ਕਦੋਂ ਆਉਣੀ ਆ ਸਾਨੂੰ ਨਹੀਂ ਪਤਾ। ਮੇਰਾ ਅਨੁਮਾਨ ਹੈ ਵੀ ਜੁਲਾਈ ਦੇ ਮਿਡਲ ਜਾਂ ਐਂਡ ਤੱਕ ਉੱਥੇ ਅਜੇ 6-8 ਹਫ਼ਤੇ ਹੋਰ ਇਹਦਾ ਪ੍ਰਤਾਪ ਜਾਂ ਇਹਦਾ ਜਿਹੜਾ ਹੈਗਾ ਅਸਰ ਰਹੂਗਾ। ਔਰ ਬੈਡਸ ਦੀ ਸ਼ਾਰਟੇਜ ਬੰਬੇ ਵੀ ਆ, ਦਿੱਲੀ ਵੀ ਆ, ਅਹਿਮਦਾਬਾਦ ਵੀ ਆ, ਬਹੁਤ ਜਗ੍ਹਾ 'ਚ ਹੋ ਰਹੀ ਆ। ਔਰ ਇਹ 3-4 ਜਿਹੜੇ ਹੈਗੇ ਆ ਹੌਟ ਸਪੌਟ ਹੈਗੇ। BC ਅਗੇਨ ਅਸੀਂ ਬਹੁਤ ਗੁੱਡ ਕੰਡੀਸ਼ਨ 'ਚ ਹੈਗੇ ਆ। ਕੱਲ ਵੀ ਕੈਨੇਡਾ 'ਚ ਸਿਰਫ 400 ਨਵੇਂ ਕੇਸਿਸ ਆਏ ਸੀ, ਜ਼ਿਆਦਾ ਉਹ ontario ਔਰ ਕਿਊਬੈਕ ਤੋਂ ਆ ਰਿਹਾ। ਕਿਊਬੈਕ ਦੇ ਵਿੱਚ ਸਟੱਡੀ ਅੱਜ ਰਿਲੀਜ਼ ਹੋਈ ਆ ਵੀ ਜਿਹੜੇ ਲੋ ਇਨਕਮ ਵਾਲੇ ਬਸਤੀਆਂ ਔਰ ਜਿੱਥੇ ਜ਼ਿਆਦਾ ਡਾਰਕ ਕਲਰ ਵਾਲੇ ਲੋਕੀ ਜਾਂ ਗਰੀਬ ਲੋਕੀ ਰਹਿੰਦੇ ਆ, ਉੱਥੇ ਕੋਵਿਡ ਨੇ ਜ਼ਿਆਦਾ ਅਸਰ ਕੀਤਾ, ਜ਼ਿਆਦਾ ਮੌਤਾਂ ਹੋਈਆਂ, ਜ਼ਿਆਦਾ ਇਨਫੈਕਸ਼ਨ ਹੋਏ। ਫਿਰ ਅਗੇਨ ਇਹਦੇ ਵਿੱਚ ਸੋਸ਼ੋ ਇਕਨੋਮਿਕ ਕੰਡੀਸ਼ਨ ਵੀ ਹੁੰਦੀ ਆ ਵੀ ਜਿਹੜਾ ਅਮੀਰ ਹੈਗਾ ਉਹਦੇ ਕੋਲ ਵੱਡੇ ਘਰ ਹੈਗੇ ਆ, ਉਹਦੇ ਕੋਲ ਆਈਸੋਲੇਸ਼ਨ ਵਾਸਤੇ, ਉਹਦੇ ਕੋਲ ਸੈਨੀਟਾਈਜੇਸ਼ਨ ਵਾਸਤੇ ਹੈਗਾ, ਔਰ ਗਰੀਬ ਇਲਾਕੇ 'ਚ ਮੇ ਬੀ ਉਹਦੇ ਕੋਲ ਸੋਸ਼ਲ ਡਿਸਟੈਂਸ ਨਹੀਂ ਹੈਗੇ, ਰਿਸੋਰਸਿਸ ਨਹੀਂ ਹੈਗੇ, ਨੌਲੇਜ ਨਹੀਂ ਹੈਗੀ। ਸੋ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਵੀ ਕੋਵਿਡ ਜਿਹੜੀ ਹੈਗੀ ਆ ਉਹ ਜ਼ਿਆਦਾ ਜਿਹੜਾ ਸੋਸ਼ੋ ਇਕਨੋਮਿਕਲੀ ਬੈਕਵਰਡ ਔਰ ਘੱਟ ਗਿਣਤੀ ਦੇ ਜਿਹੜੇ ਲੋਕੀ ਆ, ਖਾਸ ਕਰਕੇ ਨਾਰਥ ਅਮਰੀਕਾ ਦੇ ਵਿੱਚ, ਉਹਨਾਂ ਦੇ ਵਿੱਚ ਜ਼ਿਆਦਾ ਪਾਇਆ ਜਾ ਰਿਹਾ। ਰੇਸ ਦੇ ਉੱਤੇ ਕਿੰਨਾ ਅਸਰ ਹੋ ਰਿਹਾ ਇਹਦੇ ਡੇਟਾ ਅਜੇ ਕੈਨੇਡਾ ਰਿਲੀਜ਼ ਨਹੀਂ ਕਰ ਰਿਹਾ, ਲੇਕਿਨ ਸਾਨੂੰ ਪਤਾ ਵੀ ਆਉਣ ਵਾਲੇ ਦਿਨਾਂ 'ਚ ਰਿਲੀਜ਼ ਹੋਏਗਾ। ਸਾਡੇ ਇੱਥੇ ਵੀ ਜਿਹੜੇ ਨੇਟਿਵ ਇੰਡੀਅਨ ਆ ਉਹਨਾਂ ਦੇ ਵਿੱਚ ਕੋਵਿਡ ਜ਼ਿਆਦਾ ਅਸਰਦਾਰ ਰਿਹਾ ਔਰ ਜ਼ਿਆਦਾ ਮੌਤਾਂ ਹੋਈਆਂ। ਬਾਕੀ ਇਹਦਾ ਜਦੋਂ ਡੇਟਾ ਹੋਊਗਾ ਅਸੀਂ ਸਾਂਝਾ ਤੁਹਾਡੇ ਨਾਲ ਕਰਾਂਗੇ। ਅਸੀਂ ਕਿ ਕੱਲ ਅਸੀਂ ਜਿੱਥੇ ਗੱਲ ਛੱਡੀ ਸੀ ਇਹਦੇ ਵਿੱਚ ਇੱਕ ਸਵਾਲ ਬਹੁਤ ਵੱਡਾ ਸੀ ਕਿ ਇਹ ਬਲੱਡ ਪ੍ਰੈਸ਼ਰ ਕਈ ਵਾਰੀ ਲੋਕ ਚੈੱਕ ਨਹੀਂ ਕਰਵਾਉਂਦੇ ਨਾਰਮਲੀ, ਜਿੰਨਾ ਚਿਰ ਲੋੜ ਨਹੀਂ ਪੈਂਦੀ, ਇਹਦੇ ਕੋਈ ਲੱਛਣ ਵੀ ਹੁੰਦੇ ਆ ਤੇ ਇਹਦੀ ਅਗਲੀ ਡਿਟੇਲ ਦੱਸਿਓ ਜੀ। ਕਾਫੀ ਲੋਕਾਂ ਦੇ ਵਿੱਚ ਨਾ ਲੱਛਣ ਬਿਲਕੁਲ ਨਹੀਂ ਹੁੰਦੇ। ਤੁਸੀਂ ਇੱਕ ਰੂਟੀਨ ਆਪਣੇ ਫਿਜ਼ੀਸ਼ੀਅਨ ਚੈੱਕਅਪ ਵਾਸਤੇ ਗਏ ਜਾਂ ਕੋਈ ਇੰਸ਼ੋਰੈਂਸ ਵਾਸਤੇ ਜਾਂ ਕੋਈ ਵਜ੍ਹਾ ਕਰਕੇ ਮੈਡੀਕਲ ਕਰਵਾਉਣਾ ਪੈ ਗਿਆ, ਕਿਤੇ ਇੰਸਟੀਟਿਊਸ਼ਨ 'ਚ ਦਾਖਲਾ ਲੈਣਾ ਜਾਂ ਮਿਲਟਰੀ 'ਚ ਜਾਂ ਹੋਰ ਕਿਤੇ ਇੰਸਟੀਟਿਊਸ਼ਨ 'ਚ ਦਾਖਲਾ ਲੈਣਾ ਜਾਂ ਮਿਲਟਰੀ 'ਚ ਜਾਂ ਹੋਰ ਫੋਰਨ ਮਤਲਬ ਕਾਰਪੋਰੇਸ਼ਨ ਦੇ ਨਾਲ ਤੁਸੀਂ ਸੰਪਰਕ ਕਰਨਾ, ਉਹ ਕਹਿੰਦੇ ਆਪਣਾ ਮੈਡੀਕਲ ਕਰਾ ਕੇ ਆਓ, ਹੈ ਨਾ। ਤਾਂ ਉਦੋਂ ਪਤਾ ਲੱਗਦਾ ਵੀ ਬਲੱਡ ਪ੍ਰੈਸ਼ਰ ਹੈਗਾ। ਔਰ ਜਿਹੜੇ ਇਹਦੇ ਲੱਛਣ ਕਈ ਵਾਰ ਹੁੰਦੇ ਆ ਤੇ ਬਹੁਤੇ ਲੋਕਾਂ ਨੇ ਜਿਹੜੇ ਕਹੇ ਆ ਉਹ ਹੈਗਾ ਵੀ ਹਲਕਾ ਹਲਕਾ ਸਿਰ ਦੁਖਣਾ। ਔਰ ਖਾਸ ਕਰਕੇ ਇਹ 40 ਸਾਲ ਦੀ ਉਮਰ ਦੇ ਲੱਗੇ ਚੱਗੇ ਬਹੁਤ ਸਾਰੇ ਲੋਕੀ ਰਿਪੋਰਟ ਕਰਨ ਲੱਗ ਪੈਂਦੇ ਆ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਹੁੰਦਾ। ਕਈਆਂ ਨੂੰ ਜਿਵੇਂ ਮਾੜਾ ਜਿਹਾ ਅੱਖ ਦੇ ਵਿੱਚ ਬਲਰੀਨੈਸ ਵੀ, ਧੁੰਦਲਾਪਨ, ਕਈਆਂ ਨੂੰ ਥੋੜਾ ਜਿਹਾ ਚੱਕਰ ਆਉਂਦੇ ਆ, ਗੁੱਸਾ ਆਉਂਦਾ, ਕਈਆਂ ਨੂੰ ਨੀਂਦ ਠੀਕ ਨਹੀਂ ਆਉਂਦੀ, ਕਈਆਂ ਦਾ ਜਿਹੜਾ ਹੈਗਾ ਛਾਤੀ ਆ ਉੱਥੇ ਦਰਦ ਹੁੰਦੀ ਆ ਥੋੜੀ ਥੋੜੀ, ਕਈ ਸਾਹ ਚੜਦਾ। ਸੋ ਲੱਛਣ ਇਹਦੇ ਵੈਰਾਈਟੀ ਆਫ ਹੋ ਸਕਦੇ ਆ। ਲੇਕਿਨ ਜਦੋਂ ਮੈਂ ਜ਼ਿਕਰ ਕੀਤਾ ਸੀ ਵੀ ਕਰੀਬਨ 20 ਤੋਂ 25% ਨਾਰਥ ਅਮਰੀਕਨ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈਗਾ, ਔਰ ਜਿਹੜੇ ਮਿਡਲ ਈਸਟ ਕੰਟਰੀਜ਼ ਹੈਗੇ ਆ ਉੱਥੇ 30% ਹੈ, ਔਰ ਜਿਹੜੀ ਅਫਰੀਕਨ ਕੰਟਰੀਜ਼ ਹੈ ਉੱਥੇ 35% ਆ। ਔਰ ਇਹਦੇ ਜੈਨੇਟਿਕਸ ਵੀ ਇਨਵੋਲਡ ਆ, ਤੁਹਾਡਾ ਲਾਈਫ ਸਟਾਈਲ ਬਹੁਤ ਜ਼ਿਆਦਾ ਇਨਵੋਲਡ ਹੈਗਾ। ਦੇਖੋ ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀ ਬੱਚਿਆਂ 'ਚ 0.3% ਆ, ਬਹੁਤ ਘੱਟ ਆ। ਹੁਣ ਬੱਚਾ ਜਿਹੜਾ ਹੈਗਾ ਉਹਦੀ ਵੀ ਜੈਨੇਟਿਕਸ ਆਪਣੇ ਬਾਪ ਮਾਂ ਵਰਗੀ ਆ, ਲੇਕਿਨ ਉਹ 'ਚ ਬਲੱਡ ਪ੍ਰੈਸ਼ਰ ਕਿਉਂ ਨਹੀਂ ਹੈਗਾ? ਕਿਉਂਕਿ ਉਹਦਾ ਲਾਈਫ ਸਟਾਈਲ ਠੀਕ ਆ, ਉਹਦਾ ਖਾਣਾ ਠੀਕ ਆ, ਉਹਦੀ ਨੀਂਦ ਠੀਕ ਆ, ਉਹਦੇ ਉੱਤੇ ਸਟ੍ਰੈਸ ਨਹੀਂ ਹੈਗਾ ਵੀ ਕੱਲ ਨੂੰ ਮਾਰਗੇਜ ਪੇ ਕਰਨੀ ਹੈ, ਘਰ ਕਿੱਦਾਂ ਚਲਾਉਣਾ, ਕੰਮ ਕਰ ਹੈਗਾ ਕਿ ਨਹੀਂ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀ ਮਾਨਸਿਕਤਾ ਦੇ ਉੱਤੇ ਅਸਰ ਕਰਕੇ ਤੁਹਾਡਾ ਜਿਹੜਾ ਗੁਰਦਿਆਂ ਦੇ ਉੱਤੇ ਗਲੈਂਡਸ ਹੁੰਦੇ ਐਡਰੀਨਲ, ਉੱਥੋਂ ਹਾਰਮੋਨ ਰਿਲੀਜ਼ ਹੁੰਦੇ ਆ, ਇਪੀਨੈਫ੍ਰਿਨ, ਨੌਰ ਇਪੀਨੈਫ੍ਰਿਨ, ਜਿਹੜੇ ਲੰਬੇ ਅਰਸੇ ਤੱਕ ਰਿਲੀਜ਼ ਹੁੰਦੇ ਰਹਿਣ ਤੇ ਫਿਰ ਬਲੱਡ ਪ੍ਰੈਸ਼ਰ, ਜਿਹੜੀ ਖੂਨ ਦੀ ਨਸਾਂ ਉਹ ਟਾਈਟ ਹੁੰਦੀਆਂ ਬਲੱਡ ਪ੍ਰੈਸ਼ਰ ਵਧੂਗਾ। ਸੋ ਬੈਸਟ ਇਹੀ ਆ ਵੀ ਸਾਡਾ ਖਾਣਾ ਠੀਕ ਹੋਏ। ਔਰ ਮੈਂ ਹਮੇਸ਼ਾ ਇਹ ਕਹੂੰਗਾ ਵੀ F ਤੋਂ 2 ਲਫ਼ਜ਼ ਹੁੰਦੇ ਆ, ਇੱਕ ਹੁੰਦਾ ਫਾਰਮ ਤੇ ਦੂਜਾ ਹੈਗਾ ਫੈਕਟਰੀ। ਜਿਹੜਾ ਫੈਕਟਰੀ ਤੋਂ ਪੈਕ ਹੋ ਕੇ ਫੂਡ ਆ ਰਿਹਾ ਉਹ ਬੰਦ ਕਰ ਦਿਓ। ਜਿਹੜੇ ਡੱਬਿਆਂ 'ਚ ਅਸੀਂ ਲੈ ਕੇ ਆਉਂਦੇ ਆ ਨਾ, ਚਿਪਸ, ਕੁਕੀਜ਼, ਚਾਕਲੇਟ, ਚੀਜ਼, ਬਾਕੀ ਆ ਜਿਹੜੇ ਸੀਰੀਅਲ ਜਿਹੜੇ ਹੈਗੇ ਆ, ਕੋਈ ਵੀ ਡੱਬਿਆਂ ਦੀ ਫੈਕਟਰੀ 'ਚ ਪੈਕ ਹੋ ਕੇ ਆ ਰਿਹਾ ਪ੍ਰੋਸੈਸ ਫੂਡ, ਉਹ ਬੰਦ ਕਰੋ। ਜਿਹੜਾ ਫਾਰਮ ਤੋਂ ਆ ਰਿਹਾ ਉਹ ਸਬਜ਼ੀਆਂ ਜਾਂ ਫਰੂਟ ਜਾਂ ਦਾਣੇ ਆ, ਜਿਹੜਾ ਨੈਚੁਰਲ ਫੂਡ ਆ ਉਹ ਤੁਹਾਡੀ ਬੋਡੀ ਨੂੰ ਚਾਹੀਦਾ। ਵਜਨ ਜਿਹੜਾ ਹੈਗਾ ਬਿਲਕੁਲ ਦਰੁਸਤ ਰੱਖਣਾ ਚਾਹੀਦਾ। ਬੋਡੀ ਮਾਸ ਇੰਡੈਕਸ ਤੁਸੀਂ ਗੂਗਲ ਤੇ ਵੀ ਚੈੱਕ ਕਰ ਸਕਦੇ ਹੋ, ਆਪਣਾ weight ਔਰ ਹਾਈਟ ਐਂਟਰ ਕਰੋਗੇ ਤੇ ਤੁਹਾਨੂੰ ਦੱਸੂਗਾ। 18 ਤੋਂ 22 ਜਿਹੜਾ ਹੁੰਦਾ ਬਹੁਤ ਵਧੀਆ ਹੁੰਦਾ, 25 ਤੱਕ ਅਸੀਂ ਟੋਲਰੇਟ ਕਰ ਲੈਂਦੇ ਹਾਂ, 25 ਤੋਂ ਉੱਤੇ ਹੋ ਗਏ ਤੇ ਤੁਹਾਨੂੰ ਵਜਨ ਘਟਾਉਣਾ ਪੈਣਾ। ਬੋਡੀ ਮਾਸ ਇੰਡੈਕਸ 25 ਤੋਂ ਥੱਲੇ ਚਾਹੀਦਾ।
ਔਰ ਕੋਈ 5 ਫੁੱਟ 10 ਇੰਚ ਦਾ ਉਹਦੀ ਧੁੰਨੀ ਦੇ ਲਾਗੇ ਪੇਟੀ ਮਤਲਬ ਉਹਦੀ 35 ਇੰਚ ਤੋਂ ਥੱਲੇ ਹੋਣੀ ਚਾਹੀਦੀ ਆ। ਜਿਹੜਾ ਢਿੱਡ ਦੇ ਲਾਗੇ ਜਿਹੜਾ ਮਾਸ ਇਕੱਠਾ ਹੋਇਆ, ਫੈਟ ਇਕੱਠਾ ਹੋਇਆ, ਉਹ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਜਿਹੜਾ ਵਿਅਕਤੀ ਆ ਉਹਦੇ ਲਈ ਇਹ ਕਹਾਣੀ ਅੱਛੀ ਗੱਲ ਨਹੀਂ ਆ। ਉਹਦੇ ਰਿਸਕ ਫੈਕਟਰ ਬਹੁਤ ਵੱਧ ਜਾਂਦੇ ਆ। ਡਾਕਟਰ ਫਿਰ ਕਹਿਣਗੇ ਵੀ ਲੂਣ ਘੱਟ ਖਾਓ, ਜਿਹੜਾ ਸੋਡੀਅਮ ਹੈ ਪਾਣੀ ਐਬਜ਼ੌਰਬ ਕਰਦਾ, ਇਸ ਲਈ ਹੁਣ ਕਈ ਲੋਕੀ ਤਰਕ ਕਰਦੇ ਵੀ ਚਿੱਟਾ ਲੂਣ ਖਾਈਏ, ਕਾਲਾ ਲੂਣ ਖਾਈਏ, ਪਹਾੜੀ ਲੂਣ ਖਾਈਏ, ਵੀ ਸੋਡੀਅਮ ਤਾਂ ਸੋਡੀਅਮ ਹੀ ਆ। ਠੀਕ ਹੈ, ਪਹਾੜੀ ਲੂਣ ਚ ਥੋੜੇ ਮਿਨਰਲ ਆ, ਥੋੜੇ ਵਾਈਟਮਿਨ ਆ, ਥੋੜਾ ਆਇਰਨ ਆ, ਲੇਕਿਨ ਆਪਾਂ ਗੱਲ ਸੋਡੀਅਮ ਦੀ ਕਰ ਰਹੇ ਹਾਂ, ਸੋਡੀਅਮ ਕਲੋਰਾਈਡ। ਉਹਦਾ ਲੈਵਲ ਪਹਾੜੀ ਲੂਣ ਤੇ ਜਿਹੜਾ ਚਿੱਟਾ ਲੂਣ ਜਿਹੜਾ ਆਪਾਂ ਬਾਜ਼ਾਰੋਂ ਲੈਂਦੇ ਆ ਸੇਮ ਹੈਗਾ। ਸੋ ਇਸ਼ੂ ਹੈਗਾ ਸੋਡੀਅਮ ਦਾ ਜਿਹੜਾ ਹੈਗੀ ਮਾਤਰਾ ਉਹ ਘੱਟ ਹੋਣੀ ਚਾਹੀਦੀ ਆ। ਆਮ ਕਰਕੇ ਜਿਹੜਾ ਨਾ ਸਾਡੇ ਘਰਾਂ ਦੇ ਵਿੱਚ ਦਾਲ ਸਬਜ਼ੀ 'ਚ ਜਿੰਨਾ ਕੁ ਲੂਣ ਪੈਂਦਾ ਉਹਨਾਂ ਕਿ ਇਨਫ ਹੈਗਾ ਪੂਰੇ ਦਿਨ ਵਾਸਤੇ। ਲੇਕਿਨ ਇਹ ਜਿਹੜਾ ਆਪਾਂ ਬਾਹਰੋਂ ਜਿਹੜਾ ਸਮੱਗਰੀ ਲੈ ਕੇ ਆਉਂਦੇ, ਮੈਂ ਤੁਹਾਨੂੰ ਦੱਸਦਾ ਵੀ ਕਿਸੇ ਦਾ ਬਿਜ਼ਨਸ ਨਹੀਂ ਮੈਂ ਬੰਦ ਕਰਨਾ, ਜਿਹੜਾ ਪੀਜ਼ਾ ਹੈ ਨਾ ਉਹਦੇ ਵਿੱਚ ਘੱਟ ਤੋਂ ਘੱਟ 6 ਚਮਚ ਲੂਣ ਹੁੰਦਾ, ਔਰ ਤੁਹਾਨੂੰ ਕਿੰਨਾ ਕਹਿ ਰਿਹਾ ਜਾ ਰਿਹਾ ਅੱਧਾ ਚਮਚ ਖਾਓ। ਫਿਰ ਜਿਹੜੇ ਪੋਟੈਟੋ ਚਿਪਸ ਹੁੰਦੇ ਆ ਜਿਹੜੇ ਬਹੁਤ ਕੁਰਕਰੇ ਜਿਹੇ ਲੱਗਦੇ ਆ, ਉਹਦੇ 4 ਚਮਚ ਜੋ ਇੱਕ ਛੋਟੇ ਬੈਗ 'ਚ, ਜਿਹੜਾ ਨਿੱਕਾ ਜਿਹਾ ਬੈਗ ਨਹੀਂ ਆਪਾਂ 99 ਸੈਂਟਸ ਦਾ ਵੈਂਡਿੰਗ ਮਸ਼ੀਨ 'ਚ ਚੁੱਕ ਲੈਂਦੇ ਆ। ਫਿਰ ਜਿਹੜੀ ਸਾਡੀ ਚਟਨੀਆਂ, ਅਚਾਰ ਆ, ਹੋਰ ਚੀਜ਼ਾਂ, ਜਦੋਂ ਹੁਣ ਆਪਾਂ ਬਾਹਰ ਡਰਾਈਵ ਥਰੂ ਦੇ ਗਏ ਤੇ ਉਹ ਕੰਬੋ ਡੀਲ 'ਚ ਫ੍ਰੈਂਚ ਫਰਾਈਜ਼ ਦਿੰਦੇ, ਉਹ 'ਚ ਕੀ ਲੂਣ ਪਾਇਆ 2 ਚਮਚ ਆ ਲੂਣ, ਉਹ ਸੋਡੀਅਮ ਜਿੰਨਾ ਉਹਦੇ ਵਿੱਚ। ਸੋ ਸਾਨੂੰ ਇਹ ਸਾਰਾ ਵਾਚ ਕਰਨਾ ਪੈਣਾ, ਘਟਾਉਣਾ ਚਾਹੀਦਾ। ਅਗਰ ਤੁਸੀਂ ਚਿੱਟੀਆਂ ਚੀਜ਼ਾਂ ਛੱਡ ਦੋਗੇ, ਖਾਸ ਕਰਕੇ ਜਿਹੜਾ ਬਲੱਡ ਪ੍ਰੈਸ਼ਰ ਵਾਲਾ, ਉਹਦੇ 'ਚ ਲੂਣ ਜਿਹੜਾ ਹੈਗਾ ਆਪਣਾ ਘਟਾਓ, ਸ਼ੂਗਰ ਜਿਹੜਾ ਹੈਗਾ ਉਹ ਘਟਾਓ, ਜਾਂ ਸ਼ੂਗਰ ਆਰਟੀਫੀਸ਼ੀਅਲ ਸ਼ੂਗਰ ਪਾਉਣੀ ਬੰਦ ਕਰ ਦਿਓ। ਜਿਹੜੀ ਨੈਚੁਰਲ ਸ਼ੂਗਰ ਹੈਗੀ ਤੁਹਾਨੂੰ ਫਰੂਟ ਵਗੈਰਾ ਇਤਿਆਦਿ ਤੋਂ ਮਿਲ ਰਹੀ ਹੈ, ਮੋਰ ਦੈਨ ਇਨਫ ਆ। ਚਾਹ ਆ ਉਹਦੇ ਵਿੱਚ ਮਾੜੀ ਜੀ ਪਾ ਲਓ, ਅਗਰ ਨਹੀਂ ਤਾਂ ਸਟੀਵੀਆ ਜਿਹੜੀ ਹੈਗੀ ਪੱਤਿਆਂ ਤੋਂ ਬਣਦੀ STEVEA, ਜਾਂ ਫਿਰ ਆਰਟੀਫੀਸ਼ੀਅਲ ਤੁਸੀਂ ਜਿਹੜੀ ਸਵੀਟਨਰ ਆ ਉਹ ਵੀ ਥੋੜੇ ਟਾਈਮ ਯੂਜ਼ ਕਰ ਸਕਦੇ, ਜਾਂ ਦਾਲਚੀਨੀ, ਇਲਾਚੀ, ਲੌਂਗ, ਉਹਦੇ ਨਾਲ ਵੀ ਚਾਹ ਮਿੱਠੀ ਹੋ ਜਾਂਦੀ ਹੈ। ਤੀਜਾ ਹੈਗਾ ਮੈਦਾ ਨਹੀਂ ਖਾਣਾ। ਸੋ ਇਹ ਜਿਹੜੀ ਚਿੱਟੀਆਂ ਚੀਜ਼ਾਂ ਹੈਗੀਆਂ, ਖਾਸ ਕਰਕੇ ਜਿਹਨੂੰ ਬਲੱਡ ਪ੍ਰੈਸ਼ਰ ਦਾ ਰੋਗ ਆ, ਉਹਨੂੰ ਆਪਣੇ ਜ਼ਿੰਦਗੀ ਤੋਂ ਕੱਢ ਦੇਣੀ ਚਾਹੀਦੀ ਆ। ਦੂਜੀ ਗੱਲ, ਐਕਸਰਸਾਈਜ਼ ਬਹੁਤ ਇੰਪੋਰਟੈਂਟ ਹੈਗੀ ਆ। ਫਿਜ਼ੀਕਲ ਐਕਸਰਸਾਈਜ਼, ਜਦੋਂ ਐਰੋਬਿਕ ਐਕਸਰਸਾਈਜ਼ ਕਰਨੇ ਆ, ਪਸੀਨਾ ਹੋਣਾ ਚਾਹੀਦਾ, ਉਹਦੇ ਨਾਲ ਨਾ ਬਲੱਡ ਵੈਸਲ ਖੁੱਲਦੀਆਂ ਤੇ ਖੂਨ ਦੀ ਗਤੀਵਿਧੀ ਪੂਰੇ ਮਾਈਕਰੋ ਸੈਲੂਲਰ ਲੈਵਲ ਤੱਕ ਜਾਂਦੀ ਆ। ਦੂਜਾ, ਜਿਹੜੇ ਬ੍ਰੇਨ ਦੇ ਜਿਹੜੇ ਐਡਰੀਨਲ, ਨੌਰ ਐਡਰੀਨਲ ਹਾਰਮੋਨ ਆ ਉਹ ਥੱਲੇ ਆਉਂਦੇ ਆ, ਔਰ ਜਿਹੜੇ ਸਟ੍ਰੈਸ ਹਾਰਮੋਨ ਆ ਪਸੀਨੇ ਦੇ ਨਾਲ ਬਾਹਰ ਨੂੰ ਵਗ ਜਾਂਦੇ ਆ। ਇਸ ਲਈ ਪਸੀਨਾ ਹੋਣਾ ਚਾਹੀਦਾ, ਭਾਵੇਂ ਜਿਹੜੀ ਵੀ ਮਰਜ਼ੀ ਐਕਸਰਸਾਈਜ਼ ਤੁਸੀਂ ਕਰ ਲਓ। ਜਿਮ 'ਚ ਜਾਣਾ ਜਿਮ ਚਲੇ ਜਾਓ, ਬਾਹਰ ਵਾਕ ਕਰਨਾ, ਦੌੜਨਾ, ਬਾਈਸਾਈਕਲ ਕਰਨੀ ਆ, ਕੋਈ ਸੌਕਰ ਖੇਡਣਾ, ਚਿੜੀ ਛਿੱਕਾ, ਜੋ ਮਰਜ਼ੀ ਤੁਸੀਂ ਕਰੋ, ਲੇਕਿਨ ਐਕਸਰਸਾਈਜ਼ ਕਰੋ। 4 ਉਦਾਸੀਆਂ ਬਾਬੇ ਨਾਨਕ ਦੀਆਂ, ਹਿਸਟੋਰੀਅਨ ਨੇ ਕੱਢਿਆ ਵੀ 51,000 ਕਿਲੋਮੀਟਰ ਮੇਰੇ ਮਾਲਕ ਨੇ ਆਪ ਪੈਦਲ ਯਾਤਰਾ ਕੀਤੀ ਆ। ਜਦ ਅਸੀਂ ਕਹਿੰਦੇ ਆ ਅਸੀਂ ਉਹਦੇ ਪੁੱਤਰ ਹੈਗੇ ਆ, ਤਾਂ ਉਹਨੂੰ ਫੋਲੋ ਵੀ ਤਾਂ ਕਰਨਾ ਚਾਹੀਦਾ। ਬਾਬਾ ਨਾਨਕ ਵਰਗੇ ਹੈਲਦੀ ਹਿਊਮਨ ਬੀਇੰਗ ਜਾਂ ਮੁਰਸ਼ਿਦ, ਔਲੀਆ, ਅਵਤਾਰ, ਪੈਗੰਬਰ, ਪਰਮੇਸ਼ਰ ਸਰੂਪ ਕੋਈ ਨਹੀਂ ਹੋਏ। ਹੀ ਵਾਸ ਸੁਪਰ ਹੈਲਦੀ। ਸੋ ਇਸ ਲਈ ਸਾਨੂੰ ਹੈਲਥ ਦੇ ਉੱਤੇ ਫੋਕਸ ਕਰਨਾ ਚਾਹੀਦਾ, ਕਿਉਂਕਿ ਹੈਲਥ ਇਜ਼ ਦਾ ਰੀਅਲ ਵੈਲਥ। ਜਿਹੜੀ ਤੁਹਾਡੀ ਸਿਹਤ ਆ ਉਹੀ ਤੁਹਾਡੀ ਅਸਲੀ ਜਾਇਦਾਦ ਹੈਗੀ ਆ। ਡਾਕਟਰ ਸਾਹਿਬ, ਆਖਰੀ ਸਵਾਲ, ਕੀ ਜਿਹੜਾ ਪਾਠ ਕਰਨ ਦੇ ਨਾਲ, ਯੋਗਾ ਕਰਨ ਦੇ ਨਾਲ, ਕੋਈ ਮੰਤਰ ਪੜ੍ਹਨ ਦੇ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਜਾਂ ਮਨ ਨੂੰ ਸ਼ਾਂਤੀ ਮਿਲਦੀ ਹੈ, ਜਾਂ ਇਹ ਸਿਰਫ ਇੱਕ ਮਿੱਥ ਹੈ ਜੀ? ਇਹਦੇ ਉੱਤੇ ਬਕਾਇਦਾ ਸਟੱਡੀਜ਼ ਹੋਈਆਂ। ਦੇਖੋ 122 ਕਿਸਮ ਦੇ ਮੈਡੀਟੇਸ਼ਨਸ ਹੈਗੇ ਆ, ਮੈਂ ਉਹ 'ਚ ਨਹੀਂ ਜਾਣਾ। ਮੇ ਬੀ ਆਉਣ ਵਾਲੇ ਦਿਨਾਂ 'ਚ ਅਸੀਂ ਕੁਝ ਪ੍ਰੋਗਰਾਮ ਕਰਾਂਗੇ ਜਿਹੜਾ ਈਵਨ ਬਹਿ ਕੇ, ਭਾਵੇਂ ਤੁਸੀਂ ਚੌਂਕੜੀ ਮਾਰ ਕੇ ਬਹਿ ਜਾਓ, ਜਾਂ ਕੁਰਸੀ 'ਚ ਬਹਿ ਜਾਓ, ਜਾਂ ਲੰਮੇ ਪੈ ਕੇ ਤੁਸੀਂ ਆਪਣਾ ਜਿਹੜਾ ਡੀਪ ਬਰੀਥਿੰਗ ਕਰਨੀ। ਦੇਖੋ ਆਪਾਂ ਹੁਣ ਸਾਹ ਲੈ ਰਹੇ ਹਾਂ ਕਰੀਬਨ 18 ਵਾਰੀ 1 ਮਿੰਟ 'ਚ ਸਾਹ ਲੈ ਰਹੇ ਇੱਕ ਐਡਲਟ ਹਿਊਮਨ ਬੀਇੰਗ। ਬੱਚਿਆਂ 'ਚ ਥੋੜੇ ਤੇਜ਼ ਹੁੰਦੇ, 22 ਤੋਂ 25 ਹੁੰਦੇ ਆ, ਲੇਕਿਨ ਆਪਾਂ ਹੁਣ ਕਿਉਂਕਿ ਬਲੱਡ ਪ੍ਰੈਸ਼ਰ ਜ਼ਿਆਦਾ ਐਡਲਟ 'ਚ ਹੁੰਦਾ, ਅਗਰ ਆਪਾਂ ਆਪਣੇ ਸਾਹ ਹੀ 10 ਤੋਂ 12 ਪਰ ਮਿੰਟ 'ਚ ਲੈ ਜਾਈਏ, ਬੜਾ ਕੁਝ ਚੇਂਜ ਹੋ ਜਾਂਦਾ। ਉਹਨੂੰ ਕਹਿੰਦੇ ਡੀਪ ਬਰੀਥਿੰਗ ਰਿਲੈਕਸੇਸ਼ਨ। ਹੋਲਡ ਕਰਨਾ, ਬਾਹਰ। ਇਹਦੇ ਨਾਲ ਤੁਸੀਂ ਮੰਤਰ ਯੂਜ਼ ਕਰੋ ਨਾ ਕਰੋ, ਤੁਹਾਡੀ ਆਪਸ਼ਨ ਹੈਗੀ ਆ। ਹੁਣ ਕਈ ਕਹਿੰਦੇ ਆ ਵੀ ਨਹੀਂ ਅਸੀਂ ਪਾਠ ਕਰਦੇ ਆ, ਅਸੀਂ ਇਹ ਵੀ ਕਰਦੇ ਆ, ਉਹ ਵੀ ਕਰਦੇ ਆ, ਕੋਈ ਫਰਕ ਨਹੀਂ ਪੈਂਦਾ। ਦੇਖੋ ਮੈਂ ਬੜੀ ਸਿੰਪਲ ਐਗਜ਼ਾਮਪਲ ਦਿੰਦਾ। ਇੱਕ ਮਿੱਟੀ ਦਾ ਭਾਂਡਾ, ਉਹ 'ਚ ਤੁਸੀਂ ਦਹੀਂ ਪਾ ਦਿਓ ਜਾਂ ਤੁਸੀਂ ਘਿਓ ਪਾ ਦਿਓ, ਉਹ ਬਾਹਰ ਕੱਢ ਦਿਓ, ਥਾੜਾ ਦਾ ਥਾੜਾ। ਭਾਂਡੇ ਨੂੰ ਤੋੜ ਵੀ ਦਿਓ, ਅੰਦਰ ਫਿਰ ਲਿਬੜਿਆ ਹੋਊਗਾ, ਕੁਛ ਨਾ ਕੁਛ ਤਾਂ ਸਿਮੂਗਾ ਵਿੱਚ। ਸੋ ਜੋ ਵੀ ਤੁਸੀਂ ਕਰੋਗੇ, ਉਹ ਭਾਵੇਂ ਤੁਹਾਨੂੰ ਸਮਝਦਾ ਨਹੀਂ ਸਮਝਦਾ, ਉਹ ਅਸਰ ਤੁਹਾਡੇ ਅੰਤਿਸ਼ਕਰਨ 'ਚ ਜਾਊਗਾ। ਹੁਣ ਮੰਤਰ ਜਿਹੜਾ ਲਫ਼ਜ਼ ਹੈਗਾ, ਕਿਉਂ ਹੈਗਾ ਉਹਦਾ ਵਰਡ ਮੰਤਰ? 2 ਲਫ਼ਜ਼ ਹੈਗੇ ਆ, ਮਨ ਤੇ ਤ੍ਰ। ਮਨ ਨੂੰ ਫਾਈਨ ਟਿਊਨ ਕਰਨ ਵਾਸਤੇ, ਮਨ ਨੂੰ ਡੇਲੀ ਯੂਜ਼ ਵਾਸਤੇ। ਜਿੱਦਾਂ ਹੁਣ ਤਬਲੇ ਵਾਲਾ
ਉਹ ਲੱਕੜ ਦਾ ਜਿਹੜੇ ਉਹਦੇ ਪੁੜੇ ਹੁੰਦੇ ਆ ਉਹਨੂੰ ਥੋੜਾ ਟਕ 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 ਕਰਦਾ, ਉੱਪਰ ਉਹ ਜਿਹੜਾ ਗਜਰਾ ਉਹਦੇ ਉੱਤੇ ਕਰਦਾ ਤਾਂ ਕਿ ਉਹਦੇ ਉੱਤੋਂ ਜਿਹੜੀ ਧੁਨੀ ਹੈਗੀ ਜਦੋਂ ਉਂਗਲਾਂ ਵੱਜਦੀਆਂ ਠੀਕ ਹੋਣ। ਉਦਾਂ ਹੀ ਜਿਹੜਾ ਮਨ ਹੈਗਾ ਉਹਨੇ ਪੂਰੇ ਦਿਨ ਕੰਮ ਕਰਨਾ, ਉਹਨੂੰ ਫਾਈਨ ਟਿਊਨਿੰਗ ਵਾਸਤੇ ਮੰਤਰ ਦੀ ਲੋੜ ਆ। ਬੀਇੰਗ ਅ ਸਿੱਖ, ਵਾਹਿਗੁਰੂ ਗੁਰ ਮੰਤਰ ਹੈ, ਲੇਕਿਨ ਜਪਣਾ ਪੈਣਾ, ਜਪ ਹਉਮੈ ਖੋਈ। ਮੇਨ ਪ੍ਰੋਬਲਮ ਈਗੋ ਆ। ਜਦੋਂ ਤੁਹਾਡੀ ਈਗੋ ਥੱਲੇ ਚਲੇ ਜਾਏਗੀ, ਸਬਲਾਈਮ ਹੋਏਗੀ, ਉਦੋਂ ਤੁਸੀਂ ਡਿਵਿਨਿਟੀ ਦੇ ਨਾਲ ਕਨੈਕਟ ਕਰੋਗੇ, ਗ੍ਰੇਸ ਦੇ ਨਾਲ ਕਨੈਕਟ ਕਰੋਗੇ, ਤੁਸੀਂ ਹਿਊਮੈਨਿਟੀ ਦੇ ਨਾਲ ਕਨੈਕਟ ਕਰੋਗੇ। ਅਗਰ ਤੁਸੀਂ ਹਿੰਦੂ ਹੋ ਤੇ ਓਮ ਨਮੋ ਸ਼ਿਵਾਏ ਕਰ ਲਓ, ਗਾਇਤਰੀ ਮੰਤਰ ਪੜ੍ਹ ਲਓ। ਅਗਰ ਮੁਸਲਮਾਨ ਹੋ, ਤਸਬੀਹ ਫੇਰਦੇ ਹੈ ਨਾ, ਅੱਲਾਹੂ ਅੱਲਾਹੂ। ਸੂਫੀ ਸੰਤ ਗੁਰੂ ਗ੍ਰੰਥ ਸਾਹਿਬ ਚ ਹੈਗੇ ਆ, ਬਾਬਾ ਫਰੀਦ ਹੈਗੇ ਆ, ਬਾਬਾ ਕਬੀਰ ਹੈਗੇ ਆ, ਸਦਨਾ ਹੈ, ਸੈਨ ਹੈਗੇ ਆ, ਜਿਨ੍ਹਾਂ ਨੇ ਇਸਲਾਮ ਫੋਲੋ ਕੀਤਾ। ਸੋ ਧਰਮ ਜਿਹੜਾ ਮਰਜ਼ੀ ਹੋਏ, ਲੇਕਿਨ ਉਹਦੀ ਮੈਥੋਡੋਲੋਜੀ ਜਿਹੜੀ ਹੈਗੀ ਆ ਉਹ ਸਹੀ ਫੋਲੋ ਕਰਨੀ ਚਾਹੀਦੀ। ਮੁਸਲਮਾਨ ਮੋਮ ਦਿਲ ਹੋਏ। ਹੁਣ ਇਹਦੇ ਵਿੱਚ ਇਹ ਆ ਜਾਂਦਾ ਵੀ ਜਿਹੜੇ ਵੀ ਇਨਸਾਨ ਦਾ ਦਿਲ ਮੋਮ ਵਰਗਾ ਉਹ ਮੁਸਲਮਾਨ ਹੈ, ਭਾਵੇਂ ਉਹ ਬਾਹਰੋਂ ਸਿੱਖ ਵੀ ਹੋਏ। ਸੋ ਅਸਲੀ ਗੱਲ ਤੇ ਇਹ ਹੈਗੀ ਵੀ ਅੰਦਰੋਂ ਅਸੀਂ ਸਾਰੇ ਹੀ ਆ, ਇੱਕ ਪਿਤਾ ਇੱਕ ਅਸ ਕੇ ਹਮ ਬਾਰਕ। ਔਰ ਜਿਹੜੇ ਮੋਡੈਲਿਟੀਜ਼ ਹੈਗੇ ਇਹਦਾ ਕੋਈ ਨੁਕਸਾਨ ਨਹੀਂ ਆ। ਕਦੀ ਵੀ ਤੁਸੀਂ ਰਿਸਰਚ ਇਹ ਨਹੀਂ ਦੇਖੋਗੇ ਵੀ ਮੈਡੀਟੇਸ਼ਨ, ਸਿਮਰਨ ਜਾਂ ਪਾਠ ਕਰਨ ਦੇ ਨਾਲ ਕੋਈ ਸਾਈਡ ਇਫੈਕਟ ਹੋਇਆ। ਹਾਂ, ਦਵਾਈਆਂ ਦੇ ਨਾਲ ਕਈ ਵਾਰ ਸਾਈਡ ਇਫੈਕਟ ਹੋ ਸਕਦੇ ਆ। ਲਾਸਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਕੁਝ ਵਾਰੇ ਪਹਿਲਾਂ ਕਲੀਵਲੈਂਡ ਅਮਰੀਕਾ ਚ ਨਾ ਇੱਕ ਸਟੱਡੀ ਹੋਈ। ਉਹਨਾਂ ਨੇ ਦਲਾਈ ਲਾਮਾ ਐਂਡ ਕੰਪਨੀ ਦੇ ਜਿਹੜੇ ਬੁੱਧੀ ਭਿਕਸ਼ੂ ਹੈਗੇ, ਇਸ ਲਈ ਮੈਂ ਕਹਿ ਰਿਹਾ ਸੀ ਜਸਕਰਨ ਜੀ, ਅਸੀਂ ਬਹੁਤ ਬੇਸਿਕ ਲੈਵਲ 'ਚ ਸਿਮਰਨ 'ਚ ਹੈਗੇ ਆ, ਸਭ ਤੋਂ ਟੌਪ ਲੈਵਲ 'ਚ ਹੈਗੇ ਆ ਦਲਾਈ ਲਾਮਾ ਐਂਡ ਕੰਪਨੀ। ਉਹਦੇ 'ਚ ਉਹਨਾਂ ਨੇ ਜਿਹੜੇ ਉਹਨਾਂ ਦੇ ਸਿਮਰਨ ਕਰਨ ਵਾਲੇ, ਮੈਡੀਟੇਸ਼ਨ ਕਰਨ ਵਾਲੇ ਬੰਦੇ, ਉਹਨਾਂ ਨੇ ਫੰਕਸ਼ਨਲ MRI ਮਸ਼ੀਨ 'ਚ ਪਾਏ ਵੀ MRI ਕਰਨੀ ਹੈ, ਨਾਲ ਨਾਲ ਬ੍ਰੇਨ ਦੇ ਫੰਕਸ਼ਨ ਵੀ ਚੈੱਕ ਕਰਨੇ ਵੀ ਆਕਸੀਜਨ ਕਿੱਦਾਂ ਚੱਲਦਾ। ਉਹਨਾਂ ਦਾ ਪੂਰਾ ਲੈਫਟ ਵਾਲਾ ਪਾਸਾ ਬ੍ਰੇਨ ਦਾ ਜਿਹੜਾ ਹੈਗਾ ਉਹ ਲਾਈਟ ਅਪ ਹੋ ਗਿਆ। ਹੁਣ ਜਦੋਂ ਅਸੀਂ ਮੈਡੀਟੇਸ਼ਨ ਸਿਮਰਨ ਕਰਦੇ ਹਾਂ, ਸਾਡਾ ਸਿਰਫ 5% ਲੈਫਟ ਵਾਲਾ ਪਾਸਾ ਲਾਈਟ ਅਪ ਹੁੰਦਾ। ਬਹੁਤ ਜਿਹੜਾ ਫੰਨੇ ਖਾਨ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਸਿਮਰਨ ਦਾ ਮਾਹਿਰ ਆ, ਉਹਦਾ ਵੀ ਪੂਰਾ ਲੈਫਟ ਵਾਲਾ ਪਾਸਾ ਜਿਹੜਾ ਹੈਗਾ ਲਾਈਟ ਅਪ ਨਹੀਂ ਹੁੰਦਾ। ਉਹੀ ਬੰਦਾ ਜਿਹੜਾ 5% ਉਹਦਾ ਲਾਈਟ ਅਪ ਹੋ ਰਿਹਾ, ਲੈਫਟ ਫਰੰਟਲ ਕਾਰਟੈਕਸ, ਉਹ ਸਿਮਰਨ ਛੱਡ ਦੇ, ਉਹਨੂੰ ਖਿਜਾਈ ਹੋਊਗੀ, ਬਲੱਡ ਪ੍ਰੈਸ਼ਰ ਵਧੂਗਾ, ਉਹਦਾ ਰਾਈਟ ਵਾਲਾ ਪਾਸਾ ਲਾਈਟ ਅਪ ਹੋਣਾ ਸ਼ੁਰੂ ਹੋ ਜਾਂਦਾ। ਫਿਰ ਉਹ ਆਪਣੇ ਆਪ ਨੂੰ ਸੁਧਾਰ ਕੇ ਸਿਮਰਨ ਚਲਾਏ, ਫਿਰ ਲੈਫਟ ਵਾਲਾ ਪਾਸਾ ਲਾਈਟ ਅਪ ਹੁੰਦਾ। ਸੋ ਆਲਰੇਡੀ ਸਾਡੇ ਕੋਲ ਟੂਲਸ ਹੈਗੇ ਜਿਹੜੇ ਦੱਸ ਰਹੇ ਆ ਉਹਦੀ ਅਵਸਥਾ ਕੀ ਹੋਏਗੀ ਜਿਹਦਾ ਪੂਰਾ ਲੈਫਟ ਹੈਮੀਸਫੀਅਰ ਹੀ ਬ੍ਰੇਨ ਦਾ ਜਿਹੜਾ ਹੈਗਾ ਲਾਈਟ ਅਪ ਹੋ ਰਿਹਾ। ਉਹ ਤਾਂ ਬੌਧ ਅਵਸਥਾ ਦੇ ਵਿੱਚ ਚਲਾ ਗਿਆ। ਉਹਨੂੰ ਕਹਿੰਦੇ ਤੁਰਿਆ, ਉਹਨੂੰ ਕਹਿੰਦੇ ਚੌਥਾ ਪਦ, ਉਹਨੂੰ ਕਹਿੰਦੇ ਆ ਪਰਮ ਪਦ, ਉਹਨੂੰ ਕਹਿੰਦੇ ਆ ਬ੍ਰਹਮ ਅਵਸਥਾ। ਸੋ ਇਹ ਸਾਰੀਆਂ ਚੀਜ਼ਾਂ ਪੋਸੀਬਲ ਆ, ਲੇਕਿਨ ਮਿਹਨਤ ਤੁਹਾਡੇ ਹੱਥ 'ਚ ਆ। ਜਿੰਨੀ ਮਿਹਨਤ ਕਰੋਗੇ ਉਨੀ ਸਫਲਤਾ ਮਿਲੇਗੀ। ਮਿਹਰਬਾਨੀ ਜੀ, ਤੁਸੀਂ ਸਾਡੇ ਨਾਲ ਸਮਾਂ ਕੱਢਦੇ ਹੋ, ਗੱਲਬਾਤ ਕਰਦੇ ਹੋ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਬਹੁਤ ਬਹੁਤ ਜਸਕਰਨ ਜੀ, ਖੁਸ਼ ਰਹੋ, ਆਬਾਦ ਰਹੋ, ਜੁੜੇ ਰਹੋ, ਕਿਉਂਕਿ ਸਰੀਰ ਆ, ਉਹਦੇ ਨਾਲ ਮਨ ਵੀ ਆ ਤੇ ਆਤਮਾ ਵੀ ਆ, ਤਿੰਨਾਂ ਨੂੰ ਬੈਲੈਂਸ 'ਚ ਰੱਖੋ। ਲੋਕ ਸੁਖੀ ਹੈ ਪਰ ਲੋਕ ਸੁਹੇਲੇ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਅਸੀਂ ਡਾਕਟਰ ਪ੍ਰਗਟ ਸਿੰਘ ਪੁਰਜੀ ਨਾਲ ਕੱਲ ਫਿਰ ਅਸੀਂ ਦੁਬਾਰਾ ਗੱਲਬਾਤ ਕਰਾਂਗੇ। ਸੋਮਵਾਰ ਫਿਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।